ਜਿਹੜੇ ਲਾਸਟ ਦੋ ਫਾਰਮ ਆਪਣੇ ਕੋਲ ਰਹਿ ਗਏ ਉਹ ਹੈਗਾ ਸਕੈਜੂਲ ਏ ਡੈਕਲੇਰੇਸ਼ਨ IMM 5569 ਰਿਲੇਸ਼ਨਸ਼ਿਪ ਇਨਫੋਰਮੇਸ਼ਨ ਐਂਡ ਸਪਾਂਸਰਸ਼ਿਪ ਐਗਰੀਮੈਂਟ IMM 5532। ਜਿਹੜਾ ਇਹ ਸਕੈਜੂਲ ਏ ਫਾਰਮ ਹੈ ਇਹ ਸਿਰਫ ਪ੍ਰਿੰਸੀਪਲ ਐਪਲੀਕੈਂਟ ਵੱਲੋਂ ਹੀ ਭਰਿਆ ਜਾਣਾ ਹੈ, ਜਿਹਨੂੰ ਕਿ ਆਪਾਂ ਸਪਾਂਸਰ ਕਰ ਰਹੇ ਹਾਂ, ਜਿਵੇਂ ਕਿ ਜਿਹੜਾ ਇੰਡੀਆ ਤੋਂ ਆਪਾਂ ਜਿਹਨੂੰ ਸਪਾਂਸਰ ਕਰ ਰਹੇ ਹਾਂ ਉਹਨਾਂ ਵੱਲੋਂ ਹੀ ਭਰਿਆ ਜਾਣਾ ਹੈ। ਸਕੈਜੂਲ ਏ ਫਾਰਮ ਨੂੰ ਫਿਲ ਕਰਨ ਵਾਸਤੇ ਆਪਾਂ ਨੂੰ ਜਾਣਾ ਪੈਣਾ ਹੈ ਇਹਦੀ ਚੈੱਕਲਿਸਟ ਦੇ ਉੱਤੇ ਆਪਾਂ ਇਸ ਲਿੰਕ ਦੇ ਉੱਪਰ ਕਲਿੱਕ ਕਰਾਂਗੇ। ਪਰਸਨਲ ਡਿਟੇਲ ਦੇ ਵਿੱਚ ਉਹਨਾਂ ਦਾ ਫੁੱਲ ਨੇਮ ਭਰ ਦੇਣਾ, ਡੇਟ ਆਫ ਬਰਥ ਭਰ ਦੇਣਾ ਹੈ। ਨੰਬਰ 3 ਦੇ ਵਿੱਚ ਪਰਸਨਲ ਡਿਟੇਲ ਆਫ ਯੂਰ ਪੇਰੈਂਟਸ ਦੀ ਇਨਫੋਰਮੇਸ਼ਨ ਪਾਣੀ ਹੈ, ਫਾਦਰ ਦੀ ਡਿਟੇਲ ਪਾਣੀ ਹੈ, ਉਹਨਾਂ ਦਾ ਫੈਮਿਲੀ ਨੇਮ, ਗਿਵਨ ਨੇਮ, ਡੇਟ ਆਫ ਬਰਥ ਤੇ ਕੰਟਰੀ ਆਫ ਬਰਥ ਪਾ ਦੇਣਾ ਹੈ। ਉਸ ਤੋਂ ਬਾਅਦ ਮਦਰ ਦੀ ਇਨਫੋਰਮੇਸ਼ਨ ਦੇਣੀ ਹੈ, ਫੈਮਿਲੀ ਨੇਮ, ਗਿਵਨ ਨੇਮ ਤੇ ਉਹਨਾਂ ਦੀ ਡੇਟ ਆਫ ਬਰਥ ਸੇਮ ਉਦਾਂ ਪਾਣੀ ਹੈ, ਕੰਟਰੀ ਆਫ ਬਰਥ ਕਿਹੜਾ ਸੀ ਉਹ ਪਾ ਦੇਣਾ ਹੈ। ਨੰਬਰ 4 ਕਾਲਮ ਦੇ ਵਿੱਚ ਤੁਸੀਂ ਸਾਰੇ ਕਾਲਮ ਜਿਹੜੇ ਨੇ ਉਹਨਾਂ ਤੇ ਤੁਸੀਂ ਨੋ ਕਰਨਾ ਹੈ। ਇਹ ਸਿਰਫ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਕਦੀ ਕ੍ਰਿਮੀਨਲ ਐਕਟ ਦੇ ਅਧੀਨ ਤੁਸੀਂ ਕੈਨੇਡਾ ਗਏ ਹੋ, ਤੁਸੀਂ ਕੋਈ ਕਨਵਿਕਸ਼ਨ ਕੀਤੀ ਹੋਵੇ, ਤੁਸੀਂ ਕਦੀ ਜੇਲ੍ਹ ਦੇ ਵਿੱਚ ਗਏ ਹੋ, ਕੋਈ ਕ੍ਰਾਈਮ ਕੀਤਾ ਹੋਵੇ, ਉਸ ਕਰਕੇ ਤੁਹਾਨੂੰ ਇੱਥੇ ਸਾਰੀ ਇਨਫੋਰਮੇਸ਼ਨ ਪਾਣੀ ਪੈਣੀ ਹੈ। ਤੁਸੀਂ ਇੱਥੇ ਸਾਰੇ ਕਾਲਮ ਦੇ ਉੱਪਰ ਨੋ ਕਰ ਦੇਣਾ। ਨੰਬਰ 5 ਦੇ ਵਿੱਚ ਐਜੂਕੇਸ਼ਨ ਹਿਸਟਰੀ ਪਾਣੀ ਹੈ। ਐਜੂਕੇਸ਼ਨ ਹਿਸਟਰੀ ਵਿੱਚ ਤੁਹਾਨੂੰ ਦੱਸਣਾ ਪੈਣਾ ਕਿ ਤੁਹਾਡੀ ਲਾਸਟ ਜਿਹੜੀ ਹੈਗੀ ਹੈ ਤੁਸੀਂ ਐਜੂਕੇਸ਼ਨ ਦੇ ਵਿੱਚ ਕੀਤਾ ਕੀ ਹੈ। ਹਾਈ ਸਕੂਲ ਤੁਸੀਂ ਕਿੰਨੇ ਸਾਲ ਲਈ ਗਏ ਸੀਗੇ, ਤੁਸੀਂ ਯੂਨੀਵਰਸਿਟੀ ਕਿੰਨੇ ਸਾਲ ਦੀ ਡਿਗਰੀ ਕੀਤੀ, ਜਿਵੇਂ ਤੁਸੀਂ 3 ਸਾਲ ਦੀ ਡਿਗਰੀ ਕੀਤੀ ਤੁਸੀਂ 3 ਸਾਲ ਡਿਗਰੀ ਉੱਥੇ ਲਿਖ ਦੇਣਾ ਹੈ। ਸੈਕੰਡਰੀ ਐਜੂਕੇਸ਼ਨ ਕੀਤੀ ਹੈ ਜਾਂ ਤੁਸੀਂ ਪੋਸਟ ਸੈਕੰਡਰੀ ਐਜੂਕੇਸ਼ਨ ਕੀਤੀ ਹੈ, ਤੁਸੀਂ ਉਹਦੀ ਡਿਟੇਲ ਇੱਥੇ ਪਾਣੀ ਹੈ ਕਿ ਤੁਸੀਂ ਕਿਹੜੇ ਈਅਰ ਦੇ ਵਿੱਚ ਤੁਸੀਂ ਉਹ ਐਜੂਕੇਸ਼ਨ ਕੀਤੀ ਸੀਗੀ ਤੇ ਤੁਹਾਡਾ ਲੈਵਲ ਆਫ ਐਜੂਕੇਸ਼ਨ ਕੀ ਸੀਗਾ, ਕਿ ਜਿਵੇਂ ਤੁਸੀਂ ਬੈਚਲਰ ਡਿਗਰੀ ਕੀਤੀ ਹੈ। ਫੀਲਡ ਆਫ ਸਟੱਡੀ ਦੱਸਣਾ ਹੈ ਕਿ ਤੁਹਾਡੀ ਫੀਲਡ ਆਫ ਸਟੱਡੀ ਕੀ ਸੀਗੀ, ਜਿਵੇਂ ਕਿ ਤੁਸੀਂ ਬੈਚਲਰ ਆਫ ਆਰਟਸ ਕੀਤਾ ਹੈ, ਬੈਚਲਰ ਆਫ ਕਾਮਰਸ ਕੀਤਾ ਹੈ। ਤੁਸੀਂ ਸਕੂਲ ਦਾ ਨੇਮ ਦੱਸਣਾ ਵੀ ਕਿਹੜੇ ਕਾਲਜ ਤੋਂ ਤੁਸੀਂ ਕੀਤੀ ਸੀਗੀ, ਡਿਪਲੋਮਾ ਤੁਹਾਨੂੰ ਇਸ਼ੂ ਹੋਇਆ ਸੀ, ਯੈਸ ਜਾਂ ਨੋ ਕਰ ਦੇਣਾ ਹੈ। ਸਿਟੀ ਜਾਂ ਟਾਊਨ ਤੁਸੀਂ ਕਿਹੜੀ ਸਿਟੀ ਤੋਂ ਕੀਤੀ ਸੀ, ਕੰਟਰੀ ਕਿਹੜੀ ਤੋਂ ਕੀਤੀ ਹੈ, ਪ੍ਰੋਵਿੰਸ ਜਿਹੜੀ ਹੈਗੀ ਜਿਵੇਂ ਤੁਹਾਡਾ ਕਿ ਸਟੇਟ ਜਿਵੇਂ ਪੰਜਾਬ ਤੁਸੀਂ ਕਿੱਥੋਂ ਕੀਤੀ ਹੈ ਉਹ ਤੁਸੀਂ ਦੱਸ ਦੇਣਾ। ਨੈਕਸਟ ਕਾਲਮ ਨੰਬਰ 6 ਦੇ ਵਿੱਚ ਪਰਸਨਲ ਹਿਸਟਰੀ ਬਾਰੇ ਪੁੱਛਿਆ ਗਿਆ ਹੈ। ਤੁਹਾਡੀ ਪਰਸਨਲ ਹਿਸਟਰੀ ਕੀ ਹੈ, ਤੁਸੀਂ ਲਾਸਟ 10 ਈਅਰ ਦੇ ਵਿੱਚ ਤੁਸੀਂ ਕੀ ਕੰਮ ਕੀਤਾ ਜਾਂ ਤੁਸੀਂ ਕੋਈ ਸਟੱਡੀ ਕੀਤੀ ਹੈ, ਤੁਸੀਂ ਆਪਣੇ ਲਾਸਟ 10 ਈਅਰ ਦੀ ਆਪਣੀ ਹਿਸਟਰੀ ਦੱਸਣੀ ਹੈ। ਉਹਦੇ ਵਿੱਚ ਮੇਕ ਸ਼ੋਰ ਇਹ ਕਰਨਾ ਹੈ ਕਿ ਤੁਹਾਡਾ ਕੋਈ ਗੈਪ ਸ਼ੋ ਨਾ ਹੋਵੇ। ਨੰਬਰ 7 ਕਾਲਮ ਦੇ ਵਿੱਚ ਮੈਂਬਰਸ਼ਿਪ ਆਫ ਐਸੋਸੀਏਸ਼ਨ ਵਿਦ ਆਰਗੇਨਾਈਜੇਸ਼ਨ, ਇੱਥੇ ਵੀ ਤੁਸੀਂ ਨੋ ਕਰ ਦੇਣਾ ਹੈ। ਬਿਲਕੁਲ ਪਹਿਲਾਂ ਤੁਸੀਂ ਗਵਰਨਮੈਂਟ ਲਈ ਕੋਈ ਵੀ ਕੰਮ ਕੀਤਾ ਤੁਸੀਂ ਉੱਥੇ ਯੈਸ ਜਾਂ ਨੋ ਕਰ ਦੇਣਾ। ਜੇ ਕੀਤਾ ਯੈਸ ਕਰ ਦੇਣਾ ਤਾਂ ਉਹਦੀ ਡਿਟੇਲ ਵੀ ਤੁਹਾਨੂੰ ਪਾਣੀ ਪੈਣੀ ਹੈ ਨੈਕਸਟ ਕਾਲਮ ਦੇ ਵਿੱਚ। ਜੇ ਨਹੀਂ ਕੀਤਾ ਸਿੰਪਲੀ ਨੋ ਕਰ ਦੇਣਾ। ਨੰਬਰ 9 ਦੇ ਵਿੱਚ ਮਿਲਟਰੀ ਐਂਡ ਪਾਰਲੀਮੈਂਟ ਸਰਵਿਸ ਜੇ ਤੁਸੀਂ ਕੋਈ ਕੀਤੀ ਹੈ ਉੱਥੇ ਤੁਸੀਂ ਯੈਸ ਜਾਂ ਨੋ ਕਰ ਦੇਣਾ। ਮੋਸਟ ਪ੍ਰੋਬਬਲੀ ਨੋ ਹੀ ਕਰਨਾ ਹੁੰਦਾ ਹੈ। ਨੰਬਰ 10 ਕਾਲਮ ਦੇ ਵਿੱਚ ਹੈਗਾ ਐਡਰੈਸਿਸ। ਹੁਣ ਲਾਸਟ 10 ਈਅਰਸ ਦੇ ਵਿੱਚ ਤੁਸੀਂ ਕਿਹੜੇ ਐਡਰੈਸ ਦੇ ਉੱਤੇ ਰਹੇ ਸੀਗੇ, ਜਿਵੇਂ ਤੁਸੀਂ 2 ਐਡਰੈਸ 'ਚ ਰਹੇ ਹੋ ਪਿਛਲੇ ਲਾਸਟ 10 ਦੇ ਵਿੱਚ, ਤੁਸੀਂ ਦੋਨੇ ਐਡਰੈਸ ਦੀ ਆਪਣੀ ਡਿਟੇਲ ਇੱਥੇ ਪਾ ਦੇਣੀ ਹੈ। ਤੇ ਤੁਸੀਂ ਸੇਮ ਐਡਰੈਸ ਤੇ ਰਹਿ ਰਹੇ ਹੋ ਫਰੋਮ ਦ ਲਾਸਟ 10 ਈਅਰਸ, ਤੁਸੀਂ ਸੇਮ ਐਡਰੈਸ ਜਿਹੜਾ ਉਹ ਇੱਥੇ ਲਿਖ ਦੇਣਾ। ਲਾਸਟ ਕਾਲਮ ਦੇ ਵਿੱਚ ਤੁਸੀਂ ਸਿਗਨੇਚਰ ਕਰਨੇ ਆ ਤੇ ਉਹਦੇ ਵਿੱਚ ਤੁਸੀਂ ਆਪਣੇ ਕੰਪਿਊਟਰ ਦੇ ਨਾਲ ਤੁਸੀਂ ਟਾਈਪ ਕਰਕੇ ਲਿਖ ਦੇਣਾ ਇੱਥੇ। ਉਸ ਤੋਂ ਬਾਅਦ ਡੇਟ ਪਾ ਦੇਣੀ ਹੈ। ਇਹ ਡੇਟ ਪਾਉਣ ਤੋਂ ਬਾਅਦ ਤੁਸੀਂ ਇਹਨੂੰ ਵੈਲੀਡੇਟ ਕਰ ਦੇਣਾ ਫਾਰਮ। ਆਫਟਰ ਵੈਲੀਡੇਸ਼ਨ ਤੁਸੀਂ ਇਸ ਨੂੰ ਪ੍ਰਿੰਟ ਕਰ ਲੈਣਾ। ਇਹ ਮੋਸਟ ਇੰਪੋਰਟੈਂਟ ਚੀਜ਼ ਇਹ ਹੈ, ਤੁਸੀਂ ਪ੍ਰਿੰਟ ਕਰਨ ਤੋਂ ਬਾਅਦ ਐਜ਼ ਅਕੋਰਡਿੰਗ ਟੂ ਦਾ ਚੈੱਕਲਿਸਟ ਤੁਹਾਨੂੰ ਇਸ ਕਾਲਮ ਦੇ ਵਿੱਚ ਸਿਗਨੇਚਰ ਦੇ ਨਾਲ ਤੁਹਾਨੂੰ ਆਪਣੇ ਹੈਂਡ ਰਿਟਨ ਸਿਗਨੇਚਰ ਵੀ ਕਰਨੇ ਪੈਣਗੇ। ਪਹਿਲੇ ਕਾਲਮ ਦੇ ਵਿੱਚ ਆਪਾਂ ਸਪਾਂਸਰ ਦੀ ਇਨਫੋਰਮੇਸ਼ਨ ਪਾਣੀ ਹੈ। ਉਸ ਤੋਂ ਬਾਅਦ ਪ੍ਰਿੰਸੀਪਲ ਐਪਲੀਕੈਂਟ ਦੀ ਇਨਫੋਰਮੇਸ਼ਨ ਪਾਣੀ ਹੈ। ਜਿਹੜਾ ਇਸ ਫਾਰਮ ਦੇ ਵਿੱਚ ਪਾਰਟ A ਹੈ ਉਹਦੇ ਵਿੱਚ ਸਿਰਫ ਆਪਾਂ ਸਪਾਂਸਰ ਦੀ ਇਨਫੋਰਮੇਸ਼ਨ ਦੇਣੀ ਹੈ ਕਿ ਜਿਹੜਾ ਕਿ ਸਪਾਂਸਰ ਕੈਨੇਡਾ ਦੇ ਵਿੱਚ ਹੈਗਾ ਉਹ ਤੁਹਾਨੂੰ ਸਪਾਂਸਰ ਕਰ ਰਿਹਾ ਹੈ। ਲਾਸਟ 5 ਇਅਰਸ ਦੇ ਵਿੱਚ ਕੀ ਉਹਨਾਂ ਨੇ ਕੰਮ ਕੀਤਾ, ਕਿ ਕਿਹੜਾ ਕੰਮ ਉਹਨਾਂ ਨੇ ਕੀਤਾ, ਉੱਥੇ ਇਹਨਾਂ ਦੀ EMPLOYER ਦੀ ਇਨਫੋਰਮੇਸ਼ਨ ਪਾਣੀ ਹੈ ਤੇ ਉਹਨਾਂ ਦੀ ਆਕੂਪੇਸ਼ਨ ਕੀ ਸੀਗੀ ਤੇ ਉਹ ਦੱਸਣੀ ਹੈ, ਤੇ ਮੰਥਲੀ ਉਹਨਾਂ ਦੀ ਗ੍ਰੋਸ ਇਨਕਮ ਕੀ ਸੀਗੀ। ਹੁਣ ਨੰਬਰ 2 ਦੇ ਵਿੱਚ ਇਹ ਪੁੱਛਿਆ ਗਿਆ ਕਿ ਤੁਸੀਂ ਕਿਸੇ ਹੋਰ ਨੂੰ ਆਲਰੇਡੀ ਸਪਾਂਸਰ ਕੀਤਾ ਹੋਇਆ ਆਪਣੀ ਫਾਈਲ ਦੇ ਵਿੱਚ ਪਹਿਲਾਂ ਕਿਸੇ ਨੂੰ, ਕਿ ਉਸ ਨੂੰ ਤੁਸੀਂ ਦੱਸਣਾ ਜੇ ਕੀਤਾ ਹੋਇਆ, ਜਿਵੇਂ ਤੁਸੀਂ ਪੇਰੈਂਟਸ ਨੂੰ ਸਪਾਂਸਰ ਕਰਦੇ ਹੋ ਜਾਂ ਕਿਸੇ ਹੋਰ ਨੂੰ ਤੁਸੀਂ ਸਪਾਂਸਰ ਕੀਤਾ ਹੋਵੇ ਐਜ਼ ਅ ਪਰਮਨੈਂਟ ਰੈਜ਼ੀਡੈਂਟ, ਜਿਵੇਂ ਡਿਪੈਂਡੈਂਟ ਚਾਈਲਡ ਕੋਈ ਹੋਰ ਹੋਵੇ, ਉਹਦੀ ਇਨਫੋਰਮੇਸ਼ਨ ਦੱਸਣੀ ਹੈ। ਜੇ ਨਹੀਂ ਕੀਤਾ ਤੁਸੀਂ ਨੋ ਕਰ ਦੇਣਾ। ਨੰਬਰ 3 ਵਿੱਚ ਅਦਰ ਫਾਈਨੈਂਸ਼ੀਅਲੀ ਡਿਪੈਂਡੈਂਟ ਪੀਪਲ ਤੁਸੀਂ ਦੱਸਣਾ ਹੈ ਕਿ ਤੁਹਾਡਾ ਕੋਈ ਹੋਰ ਡਿਪੈਂਡੈਂਟ ਚਾਈਲਡ ਨੂੰ ਤੁਸੀਂ ਕਿਸੇ ਨੂੰ ਹੋਰ ਨੂੰ ਸਪਾਂਸਰ ਕੀਤਾ ਹੋਵੇ ਉਸ ਬਾਰੇ ਦੱਸ ਦੇਣਾ ਜੀ। ਨੰਬਰ 4 ਦੇ ਵਿੱਚ ਲੈਵਲ ਆਫ ਐਜੂਕੇਸ਼ਨ ਵੀ ਤੁਸੀਂ ਕਿੰਨੇ ਸਾਲ ਦੀ ਸਪਾਂਸਰ ਜਿਹੜੀ ਹੈਗੀ ਐਜੂਕੇਸ਼ਨ ਕੀਤੀ ਹੋਈ ਹੈ, ਜਿਵੇਂ ਕਿ ਉਹਨੇ ਪ੍ਰਾਇਮਰੀ ਸਕੂਲ ਕੀਤਾ ਹੋਇਆ ਵੀ ਕਿੰਨੇ ਸਾਲ ਪ੍ਰਾਇਮਰੀ ਸਕੂਲ 'ਚ ਲਗਾਏ ਹੈ। ਉਸ ਤੋਂ ਬਾਅਦ ਕਾਲਜ ਦੱਸਣਾ ਹੈ। ਨੈਕਸਟ ਹੈਗਾ ਐਡਰੈਸ ਹਿਸਟਰੀ। ਉਹ ਤੁਸੀਂ ਲਾਸਟ 5 ਇਅਰਸ ਵਿੱਚ ਜਿਹੜਾ ਸਪਾਂਸਰ ਹੈਗਾ ਤੁਹਾਨੂੰ ਸਪਾਂਸਰ ਕਰ ਰਿਹਾ ਹੈ ਉਹਨੇ ਦੱਸਣਾ ਕਿ ਲਾਸਟ 5 ਇਅਰਸ ਦੇ ਵਿੱਚ ਉਹ ਕਿਹੜੇ ਐਡਰੈਸਿਸ ਤੇ ਪਹਿਲਾਂ ਰਹੇ ਨੇ, ਉਹ ਸਾਰੇ ਐਡਰੈਸ ਜਿਹੜੇ ਨੇ ਆਪਾਂ ਇੱਥੇ ਮੈਂਸ਼ਨ ਕਰ ਦੇਣੇ ਆ। ਨੰਬਰ 6 ਦੇ ਵਿੱਚ ਰੈਜ਼ੀਡੈਂਸੀਜ਼ ਇਨ ਕੈਨੇਡਾ। ਹੁਣ ਪੁੱਛਿਆ ਜਾ ਰਿਹਾ ਕਿ ਜਿਹੜਾ ਸਪਾਂਸਰ ਹੈਗਾ ਕਿ ਉਹ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ ਰਾਈਟ ਨਾਓ ਕਿ ਕਿਤੇ ਹੋਰ ਰਹਿ ਰਿਹਾ। ਜੇ ਕੈਨੇਡਾ 'ਚ ਹੀ ਰਹਿ ਰਿਹਾ ਤੁਸੀਂ ਯੈਸ ਕਰ ਦੇਣਾ ਤੇ ਤੁਸੀਂ ਮੂਵ ਔਨ ਟੂ ਕਰਨਾ, ਗੋ ਟੂ ਕੁਐਸਚਨ ਨੰਬਰ 7। ਜੇ ਨੋ ਹੈ ਤੁਸੀਂ ਕੈਨੇਡਾ ਵਿੱਚ ਨਹੀਂ ਰਹਿ ਰਹੇ, ਤੁਸੀਂ ਉਹਦੇ ਵਿੱਚ ਫਿਰ ਸਾਰੀ ਡਿਟੇਲ ਦੱਸਣੀ ਹੈ। ਤੁਸੀਂ ਲਾਸਟ ਪਹਿਲਾਂ ਤੁਸੀਂ ਕਦੋਂ ਰਹੇ ਸੀ ਕੈਨੇਡਾ ਦੇ ਵਿੱਚ, ਤੁਸੀਂ ਹੁਣ ਦੁਬਾਰਾ ਕੈਨੇਡਾ ਦੇ ਵਿੱਚ ਕਦੋਂ ਆਉਣ ਦੀ ਤੁਸੀਂ ਸੋਚ ਰਹੇ ਹੋ, ਐਂਡ ਤੁਸੀਂ ਕਿੱਥੇ ਰਹਿਣ ਦੀ ਸੋਚ ਰਹੇ ਹੋ ਜਦੋਂ ਤੁਸੀਂ ਵਾਪਸ ਆ ਰਹੇ ਹੋ। ਨੰਬਰ 7 ਦੇ ਵਿੱਚ ਤੁਸੀਂ ਦੱਸਣਾ ਕਿ ਤੁਹਾਡਾ ਕੋਈ ਪ੍ਰੀਵੀਅਸ ਰਿਲੇਸ਼ਨਸ਼ਿਪ ਤੁਹਾਡਾ ਕੋਈ ਰਿਹਾ, ਤੁਸੀਂ ਪਹਿਲਾਂ ਕਦੀ ਮੈਰਿਜ ਕਰਾਈ ਹੋਵੇ ਤੇ ਉਸ ਬਾਰੇ ਤੁਸੀਂ ਦੱਸ ਦੇਣਾ ਯੈਸ ਹੈ ਜਾਂ ਨੋ ਹੈ। ਜੇ ਨਹੀਂ ਕਰਾਈ ਤਾਂ ਨੋ ਕਰ ਦੇਣਾ।
ਨੰਬਰ 8 ਦੇ ਵਿੱਚ ਤੁਸੀਂ ਕਨਸੈਂਟ ਟੂ ਡਿਸਕਲੋਜ਼ ਜਿਹੜਾ ਹੈਗਾ ਤੁਸੀਂ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ ਯੈਸ ਕਰਨਾ ਜਾਂ ਨੋ ਕਰਨਾ। ਇਹਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਮੈਰਿਜ ਜਿਵੇਂ ਫਰਾਡ ਹੁੰਦਾ, ਜਾਂ ਹੋਰ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਤੁਹਾਡੀ ਫਾਈਲ ਦੇ ਵਿੱਚ, ਤੁਸੀਂ ਆਪਣੀ ਜਿਹੜੀ ਇਹ ਇਨਫੋਰਮੇਸ਼ਨ ਹੈ ਆਪਣੇ ਨਾਲ ਦੇ ਦੂਜੇ ਜਿਹੜੇ ਪਾਰਟਨਰ ਨੂੰ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ, ਯੈਸ ਵੀ ਕਰ ਸਕਦੇ ਹੋ, ਤੁਸੀਂ ਨੋ ਵੀ ਕਰ ਸਕਦੇ ਹੋ। ਨੰਬਰ 9 ਦੇ ਵਿੱਚ ਹੈਗਾ ਡੈਕਲੇਰੇਸ਼ਨ ਆਫ ਸਪਾਂਸਰ। ਹੁਣ ਸਪਾਂਸਰ ਨੇ ਇਸ ਕਾਲਮ ਦੇ ਵਿੱਚ ਸਾਈਨ ਕਰ ਦੇਣਾ, ਜਿਹੜਾ ਤੁਹਾਨੂੰ ਸਪਾਂਸਰ ਕਰ ਰਿਹਾ ਕੈਨੇਡਾ ਤੋਂ, ਉਹਨੇ ਇਸ ਦੇ ਕਾਲਮ ਦੇ ਵਿੱਚ ਸਾਈਨ ਕਰ ਦੇਣਾ ਤੇ ਡੇਟ ਪਾ ਦੇਣੀ ਹੈ। ਹੁਣ ਗੱਲ ਕਰਦੇ ਹਾਂ ਕਿ ਪਾਰਟ B ਦੇ ਵਿੱਚ ਆਪਾਂ ਨੂੰ ਕਿਹੜੇ ਡਾਕੂਮੈਂਟ ਦੀ ਲੋੜ ਹੈ। ਪਾਰਟ B ਹੈ ਉਹ ਸਿਰਫ ਪ੍ਰਿੰਸੀਪਲ ਐਪਲੀਕੈਂਟ ਵੱਲੋਂ ਹੀ ਭਰਿਆ ਜਾਣਾ। ਹੁਣ ਇਹ ਸਿਰਫ ਪ੍ਰਿੰਸੀਪਲ ਐਪਲੀਕੈਂਟ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਕਿ ਇੰਡੀਆ ਤੋਂ ਜਿਹਨੂੰ ਆਪਾਂ ਸਪਾਂਸਰ ਕਰ ਰਹੇ ਹਾਂ, ਕਿ ਉਹ ਜਿਹੜਾ ਹੈਗਾ ਸਪਾਂਸਰ ਨੂੰ ਜਿਹੜਾ ਕੈਨੇਡਾ ਦੇ ਵਿੱਚ ਹੈਗਾ ਉਹਨੂੰ ਪਹਿਲਾਂ ਤੋਂ ਜਾਣਦਾ ਸੀ ਜਾਂ ਨਹੀਂ ਜਾਣਦਾ ਸੀਗਾ। ਜੇ ਜਾਣਦਾ ਸੀ ਤੁਸੀਂ ਯੈਸ ਕਰ ਦੇਣਾ, ਜੇ ਨਹੀਂ ਜਾਣਦਾ ਸੀਗਾ ਤਾਂ ਸਿਰਫ ਨੋ ਕਰ ਦੇਣਾ। ਜੇ ਜਾਣਦਾ ਸੀ ਯੈਸ ਕਰਕੇ ਤੁਸੀਂ ਉਹ ਦੱਸਣਾ ਤੁਸੀਂ ਕਿਵੇਂ ਜਾਣਦੇ ਸੀਗੇ ਤੇ ਕਿਵੇਂ ਜਾਣਦੇ ਸੀ ਤੇ ਉਹਦਾ ਡੇਟ ਆਫ ਬਰਥ ਕੀ, ਤੁਹਾਡਾ ਰਿਲੇਸ਼ਨਸ਼ਿਪ ਕੀ ਆ ਉਸ ਬੰਦੇ ਨਾਲ ਜਿਹਨੂੰ ਤੁਹਾਨੂੰ ਜਾਣਦੇ ਸੀਗੇ। ਨੰਬਰ 2 ਦੇ ਵਿੱਚ ਹੈਗਾ ਡੂ ਯੂ ਹੈਵ ਐਨੀ ਰਿਲੇਟਿਵ ਇਨ ਲਿਵਿੰਗ ਇਨ ਕੈਨੇਡਾ। ਪ੍ਰਿੰਸੀਪਲ ਐਪਲੀਕੈਂਟ ਨੇ ਹੁਣ ਇਹ ਦੱਸਣਾ ਹੈ ਕਿ ਜਿਹੜਾ ਕਿ ਉਹਦਾ ਕੋਈ ਰਿਲੇਟਿਵ ਜਿਹੜਾ ਇਨ ਕੈਨੇਡਾ ਦੇ ਵਿੱਚ ਰਹਿ ਰਿਹਾ ਕਰੰਟਲੀ ਕਿ ਨਹੀਂ ਰਹਿ ਰਿਹਾ। ਜੇ ਕੋਈ ਜਿਵੇਂ ਕੋਈ ਉਹਨਾਂ ਦੀ ਆਂਟ ਜਾਂ ਸਿਸਟਰ ਬ੍ਰਦਰ ਕੋਈ ਹੋਰ ਉਹਨਾਂ ਦਾ ਕੈਨੇਡਾ ਵਿੱਚ ਰਹਿ ਰਿਹਾ ਤੇ ਸਿਰਫ ਤੁਸੀਂ ਉਹਨਾਂ ਦੀ ਡਿਟੇਲ ਵੀ ਦੱਸਣੀ ਹੈ ਕਿ ਉਹਨਾਂ ਦਾ ਨੇਮ ਕੀ ਹੈ, ਡੇਟ ਆਫ ਬਰਥ ਕੀ ਹੈ, ਪਲੇਸ ਆਫ ਬਰਥ, ਉਹਨਾਂ ਦਾ ਮੈਰਿਟਲ ਸਟੇਟਸ ਕੀ ਹੈ, ਰਿਲੇਸ਼ਨਸ਼ਿਪ ਕੀ ਹੈ ਤੇ ਕਰੰਟ ਐਡਰੈਸ ਕਿੱਥੇ ਰਹਿ ਰਹੇ ਹੋ ਕੈਨੇਡਾ ਵਿੱਚ ਉਹ ਦੱਸ ਦੇਣਾ ਹੈਗਾ। ਹੈਵ ਯੂ ਐਵਰ ਬੀਨ ਮੈਰਿਡ ਔਰ ਇਨ ਅ ਕਾਮਨ ਲਾਅ ਰਿਲੇਸ਼ਨ ਵਿਦ ਅਨਦਰ ਪਰਸਨ। ਤੁਸੀਂ ਪਹਿਲਾਂ ਕਿਸੇ ਨਾਲ ਵਿਆਹ ਕਰਾਇਆ ਜਾਂ ਨਹੀਂ ਕਰਾਇਆ, ਤੁਸੀਂ ਉਹਦੀ ਡਿਟੇਲ ਇੱਥੇ ਪਾਣੀ ਹੈ ਨੰਬਰ 3 ਦੇ ਵਿੱਚ। ਨੰਬਰ 4 ਜਿਵੇਂ ਤੁਸੀਂ ਸੇਮ ਕਨਸੈਂਟ ਜਿਵੇਂ ਪਹਿਲਾਂ ਸਪਾਂਸਰ ਨੇ ਕੀਤਾ ਸੀਗਾ ਉਵੇਂ ਤੁਸੀਂ ਯੈਸ ਜਾਂ ਨੋ ਕਰ ਦੇਣਾ ਕਿ ਤੁਸੀਂ ਆਪਣਾ ਕਨਸੈਂਟ ਜਿਹੜਾ ਸਪਾਊਸ ਨੂੰ ਦੇਣਾ ਚਾਹੁੰਦੇ ਹੋ, ਇਨਫੋਰਮੇਸ਼ਨ ਆਪਣੀ ਰਿਲੀਜ਼ ਜਿਹੜੀ ਹੈ ਆਪਣੇ ਸਪਾਊਸ ਨੂੰ ਰਿਲੀਜ਼ ਕਰਨਾ ਚਾਹੁੰਦੇ ਹੋ ਕਿ ਨਹੀਂ ਦੇਣਾ ਚਾਹੁੰਦੇ, ਉਹ ਤੁਸੀਂ ਯੈਸ ਜਾਂ ਨੋ ਕਰ ਦੇਣਾ। ਨੰਬਰ 5 ਵਿੱਚ ਤੁਸੀਂ ਐਪਲੀਕੈਂਟ ਨੇ ਜਿਹੜਾ ਹੈਗਾ ਪ੍ਰਿੰਸੀਪਲ ਐਪਲੀਕੈਂਟ ਜਿਹੜਾ ਇੰਡੀਆ ਵਿੱਚ ਹੈ ਉਹਨੇ ਸਾਈਨ ਕਰਕੇ ਤੇ ਡੇਟ ਪਾ ਦੇਣੀ ਹੈ। ਜਿਹੜਾ ਪਾਰਟ A ਸੀਗਾ ਉਹਦੇ ਵਿੱਚ ਸਪਾਂਸਰ ਨੇ ਆਪਣੀ ਇਨਫੋਰਮੇਸ਼ਨ ਪਾਣੀ ਸੀ ਤੇ ਜਿਹੜਾ ਪਾਰਟ B ਸੀਗਾ ਉਹਦੇ ਵਿੱਚ ਪ੍ਰਿੰਸੀਪਲ ਐਪਲੀਕੈਂਟ ਜਿਹਨੂੰ ਕਿ ਆਪਾਂ ਸਪਾਂਸਰ ਕਰ ਰਹੇ ਹਾਂ ਉਹਦੀ ਇਨਫੋਰਮੇਸ਼ਨ ਆਪਾਂ ਫਿਲ ਆਊਟ ਕਰਨੀ ਸੀਗੀ। ਹੁਣ ਪਾਰਟ C ਜਿਹੜਾ ਹੈਗਾ ਉਹਦੇ ਵਿੱਚ ਦੋਨਾਂ ਨੇ ਪ੍ਰਿੰਸੀਪਲ ਐਪਲੀਕੈਂਟ ਤੇ ਸਪਾਂਸਰ ਜਿਹੜਾ ਕਿ ਕੈਨੇਡਾ ਦੇ ਵਿੱਚ ਹੈਗਾ ਜਿਹੜਾ ਤੁਹਾਨੂੰ ਸਪਾਂਸਰ ਕਰ ਰਿਹਾ ਹੈ ਉਹਨੇ ਦੋਨਾਂ ਦੀ ਇਨਫੋਰਮੇਸ਼ਨ ਇਸ ਕਾਲਮ ਦੇ ਵਿੱਚ ਆਊਗੀ। ਤੇ ਇਹ ਜਿਹੜਾ ਕਿ ਬਹੁਤ ਇੰਪੋਰਟੈਂਟ ਕਾਲਮ ਹੈਗਾ ਪਾਰਟ C, ਇਹਦੇ ਵਿੱਚ ਸਾਰੀ ਡਿਟੇਲ ਦੱਸਣੀ ਪੈਂਦੀ ਹੈ। ਆਪਾਂ ਨੂੰ ਇੱਕ ਸਟੋਰੀ ਬਣਾ ਕੇ ਦੱਸਣਾ ਪੈਂਦਾ ਹੈ ਕਿ ਆਪਾਂ ਕਿਸ ਟਾਈਮ ਤੇ ਮਿਲੇ ਸੀਗੇ ਤੇ ਕਦੋਂ ਮਿਲੇ ਸੀਗੇ, ਆਪਣਾ ਵਿਆਹ ਕਦੋਂ ਹੋਇਆ ਸੀਗਾ ਤੇ ਕਿਹੜੇ ਵੈਨਿਊ ਤੇ ਕੀਤਾ ਸੀ। ਇਸ ਦੇ ਵਿੱਚ ਆਪਾਂ ਸਾਰੀ ਇਨਫੋਰਮੇਸ਼ਨ ਆਪਣੀ ਕੋਲੈਬੋਰੇਟ ਕਰਕੇ ਪਾਣੀ ਹੁੰਦੀ ਹੈ। When was the first time you met in person? ਇਹ ਤੁਸੀਂ ਦੱਸਣਾ ਕਿ ਤੁਸੀਂ ਪਹਿਲੀ ਵਾਰ ਤੁਸੀਂ ਕਦੋਂ ਮਿਲੇ ਸੀਗੇ ਸਪਾਂਸਰ ਨੂੰ, ਤੁਸੀਂ ਇੱਕ ਦੂਜੇ ਨੂੰ ਕਿੱਥੇ ਮਿਲੇ ਸੀਗੇ, ਕਦੋਂ ਮਿਲੇ ਸੀਗੇ ਤੇ ਦੱਸਣਾ ਤੁਸੀਂ ਡਿਸਕ੍ਰਾਈਬ ਦ ਸਰਕਮਸਟੈਂਸਿਸ ਆਫ ਯੂਰ ਮੀਟਿੰਗ। ਕਿ ਡਿਡ ਐਨੀਵਨ ਇੰਟਰੋਡਿਊਸ ਯੂ, ਤੁਸੀਂ ਇਹ ਦੱਸਣਾ ਤੁਹਾਨੂੰ ਕਿਸੇ ਨੇ ਮਿਲਾਇਆ ਸੀਗਾ ਜਾਂ ਨਹੀਂ ਮਿਲਾਇਆ ਸੀਗਾ। ਜੇ ਮਿਲਾਇਆ ਸੀ ਤੁਸੀਂ ਯੈਸ ਕਰਕੇ ਦੱਸ ਦੇਣਾ, ਉਹਦਾ ਨਾਮ ਦੱਸਣਾ ਕਿ ਜਿਹੜੇ ਬੰਦੇ ਨੇ ਤੁਹਾਨੂੰ ਮਿਲਾਇਆ ਸੀਗਾ। ਬਟ 2 ਦੇ ਵਿੱਚ ਦੱਸਣਾ ਡਿਡ ਯੂ ਹੈਵ ਐਨੀ ਕੰਟੈਕਟ ਬਿਫੋਰ ਯੂ ਮੈਟ ਇਨ ਪਰਸਨ। ਹੁਣ ਤੁਸੀਂ ਦੱਸਣਾ ਹੈ ਕਿ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਤੇ ਸਪਾਂਸਰ ਹੈਗਾ ਉਹਨਾਂ ਦੋਨਾਂ ਦਾ ਪਹਿਲਾਂ ਕਿ ਇੱਕ ਦੂਜੇ ਨਾਲ ਤੁਸੀਂ ਕੰਟੈਕਟ ਤੁਹਾਡਾ ਹੋਇਆ ਸੀਗਾ, ਤੁਸੀਂ ਇੱਕ ਦੂਜੇ ਨੂੰ ਮਿਲੇ ਸੀ ਜਾਂ ਨਹੀਂ ਮਿਲੇ ਸੀਗੇ। ਜੇ ਮਿਲੇ ਸੀ ਤੁਸੀਂ ਦੱਸ ਦੇਣਾ ਵੀ ਕਿੱਦਾਂ ਮਿਲੇ ਸੀਗੇ ਤੇ ਤੁਸੀਂ ਲੈਟਰ ਸੈਂਡ ਕਰਦੇ ਸੀ, ਫੋਨ ਕਾਲ ਕਰਦੇ ਸੀਗੇ, ਕਿੱਦਾਂ ਤੁਸੀਂ ਇੱਕ ਨਾਲ ਕਮਿਊਨੀਕੇਟ ਕਰਦੇ ਸੀ ਇੱਕ ਦੂਜੇ ਨਾਲ, ਤੁਸੀਂ ਉਸ ਦੀ ਇਨਫੋਰਮੇਸ਼ਨ ਇੱਥੇ ਪਾਣੀ ਹੈ। ਹੁਣ ਤੁਸੀਂ ਦੱਸਣਾ ਕਿ ਦੋਨੇ ਜਣੇ ਤੁਸੀਂ ਹੁਣ ਰਾਈਟ ਨਾਓ ਤੁਸੀਂ ਦੋਨੇ ਇਕੱਠੇ ਰਹਿ ਰਹੇ ਹੋ ਜਾਂ ਨਹੀਂ ਰਹਿ ਰਹੇ। ਜੇ ਰਹਿ ਰਹੇ ਹੋ ਤੁਸੀਂ ਯੈਸ ਕਰ ਦੇਣਾ ਇੱਥੇ। ਜੇ ਤੁਸੀਂ ਨਹੀਂ ਰਹੇ ਤਾਂ ਤੁਸੀਂ ਦੱਸਣਾ ਤੁਸੀਂ ਹੁਣ ਇਕੱਠੇ ਕਿਉਂ ਨਹੀਂ ਰਹਿ ਰਹੇ, ਕਿਉਂਕਿ ਮੋਸਟ ਪ੍ਰੋਬਬਲੀ ਜਦੋਂ ਆਪਾਂ ਸਪਾਂਸਰ ਕਰਦੇ ਹਾਂ ਆਪਣੇ ਸਪਾਊਸ ਨੂੰ ਇੰਡੀਆ ਤੋਂ ਸਪਾਂਸਰ ਕਰਦੇ ਹਾਂ ਪ੍ਰਿੰਸੀਪਲ ਐਪਲੀਕੈਂਟ ਨੂੰ, ਜਿਹੜਾ ਸਪਾਊਸ ਹੁੰਦਾ ਕੈਨੇਡਾ ਦੇ ਵਿੱਚ ਉਹ ਕੈਨੇਡਾ ਵਾਪਸ ਚਲੇ ਜਾਂਦਾ ਤੇ ਇਸ ਕਾਲਮ ਦੇ ਵਿੱਚ ਆਪਾਂ ਵੈਸੇ ਨੋ ਕਰਨਾ ਹੁੰਦਾ। ਤੁਸੀਂ ਨੋ ਦੇ ਵਿੱਚ ਪੂਰੀ ਆਪਣੀ ਐਕਸਪਲੇਨੇਸ਼ਨ ਦੇ ਦੇਣੀ ਹੈ ਕਿ ਅਸੀਂ ਇਕੱਠੇ ਕਿਉਂ ਨਹੀਂ ਰਹਿ ਰਹੇ। ਇਫ ਯੂ ਆਰ ਨਾਟ ਲਿਵਿੰਗ ਟੂਗੈਦਰ ਹੈਵ ਯੂ ਵਿਜ਼ਿਟਡ ਈਚ ਅਦਰ। ਜਿਹੜਾ ਕਿ ਸਪਾਂਸਰ ਤੁਹਾਨੂੰ ਕੈਨੇਡਾ ਤੋਂ ਕਰ ਰਿਹਾ ਹੁੰਦਾ ਉਹ ਵਿਆਹ ਕਰਨ ਵਾਸਤੇ ਇੰਡੀਆ ਜ਼ਰੂਰ ਆਇਆ ਹੁੰਦਾ। ਇੰਡੀਆ ਆ ਕੇ ਉਹ ਵਿਆਹ ਕਰਾ ਕੇ ਫਿਰ ਵਾਪਸ ਚਲਾ ਜਾਂਦਾ। ਤੁਸੀਂ ਦੱਸ ਦੇਣਾ ਕਿ ਹਾਂਜੀ ਜਿਹੜਾ ਸਪਾਂਸਰ ਹੈ ਜਿਹੜਾ ਤੁਹਾਨੂੰ ਸਪਾਂਸਰ ਕਰ ਰਿਹਾ ਹੈ ਕੈਨੇਡਾ ਤੋਂ ਉਹ ਇੰਡੀਆ ਦੇ ਵਿੱਚ ਵਿਜ਼ਿਟ ਉਹਨੇ ਕੀਤਾ ਸੀਗਾ ਤਾਂ ਹੀ ਵਿਆਹ ਕਰਾ ਕੇ ਫਿਰ ਉਹ ਹੁਣ ਬੈਕ ਗਿਆ। ਤੁਸੀਂ ਇਸ ਕਾਲਮ ਵਿੱਚ ਯੈਸ ਕਰ ਦੇਣਾ। ਤੁਸੀਂ ਦੱਸ ਦੇਣਾ ਕਿ ਕਦੋਂ ਤੋਂ ਕਦੋਂ ਤੱਕ ਉਹ ਸਪਾਂਸਰ ਜਿਹੜਾ ਸੀਗਾ ਉਹ ਇੰਡੀਆ ਗਿਆ ਸੀਗਾ। ਹੂ ਟਰੈਵਲ ਟੂ ਵਿਜ਼ਿਟ ਹੂਮ। ਤੁਸੀਂ ਦੱਸਣਾ ਕਿ ਜਿਹੜਾ ਸਪਾਂਸਰ ਪ੍ਰਿੰਸੀਪਲ ਐਪਲੀਕੈਂਟ ਨੂੰ ਮਿਲਣ ਗਿਆ ਸੀਗਾ, ਇੰਡੀਆ ਵਿੱਚ ਵਿਜ਼ਿਟ ਕਰਨ ਗਿਆ ਸੀਗਾ, ਕਿ ਇਕੱਠੇ ਰਹੇ ਸੀ, ਦੱਸ ਦੇਣਾ ਤੁਸੀਂ ਰਹੇ ਸੀ ਜਾਂ ਨਹੀਂ ਰਹੇ ਸੀਗੇ। ਜੇ ਰਹੇ ਸੀਗੇ ਤੁਸੀਂ ਯੈਸ ਕਰ ਦੇਣਾ। ਤੁਸੀਂ ਦੱਸਣਾ ਤੇ ਕਿੱਥੇ ਰਹੇ ਸੀਗੇ ਉਹਦੀ ਡਿਟੇਲ ਦੱਸ ਦੇਣੀ ਹੈ। ਤੁਸੀਂ ਕਿਸੇ ਘਰੇ ਰਹੇ ਸੀਗੇ ਆਪਣੇ ਜਾਂ ਤੁਸੀਂ ਕਿਤੇ ਹੋਟਲ 'ਚ ਰਹੇ ਸੀਗੇ, ਜੇ ਤੁਸੀਂ ਬਾਹਰ ਅੰਦਰ ਕਿਤੇ ਗਏ ਸੀ ਉੱਥੇ ਰਹੇ ਸੀਗੇ, ਤੁਸੀਂ ਉਹਦੀ ਡਿਟੇਲ ਇੱਥੇ ਇਕੱਠਿਆਂ ਦੀ ਪਾ ਦਿਓ ਤੁਸੀਂ ਕਿੱਥੇ ਜਾ ਕੇ ਇਕੱਠੇ ਰਹੇ ਸੀਗੇ। ਵਾਟ ਲੈਂਗੁਏਜ ਡੂ ਯੂ ਯੂਜ਼ ਵੈਨ ਕਮਿਊਨੀਕੇਟਿੰਗ ਵਿਦ ਈਚ ਅਦਰ। ਹੁਣ ਤੁਸੀਂ ਦੱਸਣਾ ਕਿ ਕਿਹੜੀ ਲੈਂਗੁਏਜ ਤੁਸੀਂ ਕਮਿਊਨੀਕੇਟ ਕਰਦੇ ਹੋ ਇੱਕ ਦੂਜੇ ਨਾਲ, ਤੁਸੀਂ ਉਹ ਦੱਸ ਦੇਣਾ। ਹਾਊ ਆਫਟਨ ਡੂ ਯੂ ਕਮਿਊਨੀਕੇਟ, ਕਿੰਨੀ ਦੇਰ ਤੁਸੀਂ ਗੱਲ ਕਰਦੇ ਹੋ, ਤੁਸੀਂ ਕਦੋਂ ਕਰਦੇ ਹੋ, ਤੁਸੀਂ ਐਵਰੀ ਡੇ ਕਰਦੇ ਹੋ, ਤੁਸੀਂ ਇੱਕ ਦਿਨ ਛੱਡ ਕੇ ਕਰਦੇ ਹੋ, ਤੁਸੀਂ ਉਹ ਦੱਸ ਦੇਣਾ। ਐਵਰੀ ਅਦਰ ਡੇ ਜਾਂ ਤੁਸੀਂ ਐਵਰੀ ਡੇ ਕਰ ਦੇਣਾ। ਤੁਸੀਂ ਫੋਨ ਕਾਲ ਕਰਦੇ ਹੋ ਜਾਂ ਤੁਸੀਂ WhatsApp ਕਾਲ ਕਰਦੇ ਹੋ ਉਹ ਦੱਸ ਦੇਣਾ ਕਿ ਤੁਸੀਂ ਲੈਟਰਸ ਨਾਲ ਕਰਦੇ ਹੋ। ਜੇ ਤੁਸੀਂ ਦੱਸ ਦੇਣਾ ਤੁਹਾਡੇ ਫਰੈਂਡਸ ਨੂੰ ਪਤਾ ਹੈ ਤੁਹਾਡੇ ਰਿਲੇਸ਼ਨਸ਼ਿਪ ਬਾਰੇ, ਤੁਹਾਡੇ ਫੈਮਿਲੀ ਮੈਂਬਰਸ ਨੂੰ ਪਤਾ ਹੈਗਾ, ਯੈਸ ਕਰ ਦੇਣਾ ਜਾਂ ਨੋ ਕਰ ਦੇਣਾ। ਜੇ ਪਤਾ ਯੈਸ ਕਰ ਦੇਣਾ। ਫੈਮਿਲੀ ਮੈਂਬਰਸ ਹੈਗੇ ਜਿਵੇਂ ਤੁਹਾਡਾ ਅੰਕਲ ਹੈ, ਤੁਹਾਡੇ ਆਂਟ ਹੈ, ਤੁਸੀਂ ਉਹਦੀ ਇਨਫੋਰਮੇਸ਼ਨ ਇੱਥੇ ਪਾ ਦੇਣੀ ਹੈ ਕਿ ਤੁਹਾਡੀ ਅੰਕਲ ਨੂੰ ਪਤਾ, ਤੁਹਾਡੀ ਆਂਟ ਨੂੰ ਪਤਾ ਜਾਂ ਤੁਹਾਡੇ ਬ੍ਰਦਰਸ ਨੂੰ ਪਤਾ, ਤੁਹਾਡੇ ਕਜ਼ਨਸ ਨੂੰ ਪਤਾ। ਤੁਸੀਂ ਉਹਨਾਂ ਦੇ ਨੇਮ, ਫੈਮਿਲੀ ਨੇਮ, ਗਿਵਨ ਨੇਮ ਤੇ ਉਹਨਾਂ ਦੀ ਇਨਫੋਰਮੇਸ਼ਨ ਪਾ ਦਿਓ ਤੁਹਾਨੂੰ ਕਿਵੇਂ ਰਿਲੇਟ ਕਰਦੇ ਆ ਉਹ।
ਪ੍ਰਿੰਸੀਪਲ ਐਪਲੀਕੈਂਟ ਨਾਲ ਕਿਵੇਂ ਰਿਲੇਸ਼ਨ ਉਹਨਾਂ ਦਾ ਹੈਗਾ ਤੇ ਕਦੋਂ ਤੋਂ ਉਹ ਤੁਹਾਨੂੰ ਜਾਣਦੇ ਨੇ, ਤੁਸੀਂ ਉਹ ਸਾਰੀ ਇਨਫੋਰਮੇਸ਼ਨ ਤੇ ਪਾ ਦੇਣੀ ਹੈ। ਨੰਬਰ 8 ਵਿੱਚ ਤੁਸੀਂ ਦੱਸਣਾ ਕਿ ਤੁਹਾਡੀ ਜਿਹੜੀ ਮੈਰਿਜ ਸੀਗੀ ਉਹ ਅਰੇਂਜ ਮੈਰਿਜ ਸੀਗੀ ਜਾਂ ਤੁਹਾਡੀ ਦੂਜੀ ਮੈਰਿਜ ਸੀਗੀ, ਤੁਸੀਂ ਦੱਸ ਦੇਣਾ। ਜੇ ਅਰੇਂਜ ਮੈਰਿਜ ਸੀਗੀ ਤੁਸੀਂ ਯੈਸ ਕਰਕੇ ਤੁਸੀਂ ਦੱਸਣਾ ਕਿ ਕਿਹਨੇ ਕਰਾਈ ਸੀ ਅਰੇਂਜ ਤੁਹਾਡੀ ਮੈਰਿਜ ਤੇ ਕਦੋਂ ਹੋਈ ਸੀਗੀ ਤੇ ਕਿਹੜੀ ਜਗ੍ਹਾ ਤੇ ਹੋਈ ਸੀਗੀ। ਇਹ ਸਾਰੀ ਇਨਫੋਰਮੇਸ਼ਨ ਤੁਸੀਂ ਦੱਸਣਾ ਕਿ ਤੁਸੀਂ ਕਿਹੜੇ ਵੈਨਿਊ ਤੁਹਾਡੀ ਅਰੇਂਜ ਹੋਈ ਸੀ, ਜਿਵੇਂ ਤੁਹਾਡੀ ਰੋਕਾ ਸੈਰਮਨੀ ਹੋਈ ਸੀ, ਤੁਹਾਨੂੰ ਕਿਹਨੇ ਮਿਲਾਇਆ ਸੀਗਾ, ਉਹ ਸਾਰੀ ਡਿਟੇਲ ਜਿਹੜੀ ਇੱਥੇ ਤੁਸੀਂ ਪਾਣੀ ਹੈ। ਨੰਬਰ 9 ਦੇ ਵਿੱਚ ਤੁਸੀਂ ਦੱਸ ਦੇਣਾ ਤੁਸੀਂ ਕੋਈ ਸੈਰਮਨੀ ਕੀਤੀ ਹੈ, ਜਿਵੇਂ ਕਿ ਰਿੰਗ ਸੈਰਮਨੀ ਹੋ ਗਿਆ, ਵੈਡਿੰਗ ਸੈਰਮਨੀ ਹੋ ਗਿਆ, ਜਾਗੋ ਦਾ ਫੰਕਸ਼ਨ ਹੋ ਗਿਆ, ਜਾਂ ਤੁਸੀਂ ਮਹਿੰਦੀ ਸੈਰਮਨੀ ਹੋ ਗਿਆ ਜਾਂ ਸੈਨ ਸੈਰਮਨੀ ਹੋ ਗਿਆ, ਕੋਈ ਵੀ ਥੋੜਾ ਆਪਣਾ ਰਿਚੁਅਲ ਤੁਸੀਂ ਕੋਈ ਸੈਰਮਨੀ ਕੀਤੀ ਹੋਵੇ, ਤੁਸੀਂ ਉਸ ਦੀ ਡਿਟੇਲ ਜਿਹੜੀ ਹੈ ਸਟੋਰੀ ਬਣਾ ਕੇ ਇਸ ਦੇ ਵਿੱਚ ਕਾਲਮ ਦੇ ਵਿੱਚ ਨੰਬਰ 9 ਦੇ ਵਿੱਚ ਪਾ ਦੇਣੀ ਹੈ। ਤੇ ਕਿਹਨੇ ਇਹ ਕਰਵਾਈ ਸੀ, ਜਿਵੇਂ ਕਿ ਇਹ ਸਪਾਂਸਰ ਵੱਲੋਂ ਸੀਗੀ ਇਹ ਸੈਰਮਨੀ ਕਰਵਾਈ ਗਈ ਸੀਗੀ ਜਾਂ ਪ੍ਰਿੰਸੀਪਲ ਐਪਲੀਕੈਂਟ ਦੀ ਫੈਮਿਲੀ ਵੱਲੋਂ ਇਹ ਸੈਰਮਨੀ ਪਰਫਾਰਮ ਕੀਤੀ ਗਈ ਸੀਗੀ, ਉਸ ਬਾਰੇ ਤੁਸੀਂ ਇਹ ਸਾਰੀ ਡਿਟੇਲ ਜਿਹੜੀ ਹੈ ਇਸ ਕਾਲਮ ਦੇ ਵਿੱਚ ਭਰ ਦੇਣੀ ਹੈ। A to F ਜਿਹੜੇ ਕਾਲਮ ਨੇ ਪੁੱਛਿਆ ਗਿਆ ਉਹਨਾਂ ਨੇ ਕਿ ਪ੍ਰਿੰਸੀਪਲ ਐਪਲੀਕੈਂਟ ਦੇ ਪੇਰੈਂਟਸ ਨੇ ਅਟੈਂਡ ਕੀਤੀ ਸੀ ਮੈਰਿਜ, ਜੇ ਕੀਤੀ ਸੀ ਯੈਸ ਕਰ ਦੇਣਾ, ਜੇ ਨਹੀਂ ਕੀਤੀ ਨੋ ਕਰ ਦੇਣਾ। ਤੇ ਉਹਨਾਂ ਦੇ ਚਿਲਡਰਨ ਜੇ ਐਪਲੀਕੇਬਲ ਹੈਗੇ ਆ, ਚਿਲਡਰਨ ਨਹੀਂ ਹੈਗੇ ਤਾਂ ਨੋ ਕਰ ਦੇਣਾ। ਸਪਾਂਸਰ ਦੇ ਪੇਰੈਂਟਸ ਨੇ ਕੀਤਾ ਸੀ ਸੇਮ ਉਦਾਂ ਹੀ ਸਪਾਂਸਰ ਵੱਲੋਂ ਪੁੱਛਿਆ, ਸਪਾਂਸਰ ਦੇ ਪੇਰੈਂਟਸ ਦੇ ਰਿਲੇਟਿਵਸ ਬਾਰੇ ਪੁੱਛਿਆ ਗਿਆ ਜਾਂ ਉਹਨਾਂ ਦੇ ਚਿਲਡਰਨ ਬਾਰੇ ਪੁੱਛਿਆ ਗਿਆ ਕਿ ਉਹਨਾਂ ਨੇ ਜੇ ਕਿਸੇ ਨੇ ਵੀ ਨਹੀਂ ਕੀਤੀ ਇਹਨਾਂ ਦੇ ਵਿੱਚੋਂ ਸੈਰਮਨੀ ਨਹੀਂ ਅਟੈਂਡ ਕੀਤੀ, ਜਿਵੇਂ ਕਿ ਮੋਸਟ ਪ੍ਰੋਬਬਲੀ ਚਿਲਡਰਨ ਜਿਹੜੇ ਨੇ ਹੁੰਦੇ ਨੇ ਮੋਸਟ ਪ੍ਰੋਬਬਲੀ ਕਿਉਂਕਿ ਕਈਆਂ ਦੇ ਚਾਈਲਡ ਨਹੀਂ ਹੁੰਦੇ, ਜਿਵੇਂ ਡਿਪੈਂਡੈਂਟ ਚਾਈਲਡ ਨਹੀਂ ਹੁੰਦੇ, ਤੇ ਉਹਨਾਂ ਦੇ ਤੁਸੀਂ ਕਿਵੇਂ ਤੁਸੀਂ ਨੋ ਕੀਤਾ ਹੁੰਦਾ ਇਹਨਾਂ ਕਾਲਮ ਦੇ ਵਿੱਚ, ਤੇ ਉਸ ਦੇ ਵਿੱਚ ਤੁਸੀਂ ਦੱਸ ਦੇਣਾ ਕਿ ਜਿਹੜੇ ਚਿਲਡਰਨ ਜਿਹੜੇ ਨੇ ਉਹ ਨਾਟ ਐਪਲੀਕੇਬਲ ਨੇ, ਜਿਹੜੇ ਸਪਾਂਸਰ ਹੈਗਾ ਤੇ ਪ੍ਰਿੰਸੀਪਲ ਐਪਲੀਕੈਂਟ ਹੈ ਉਹਨਾਂ ਦਾ ਕੋਈ ਚਾਈਲਡ ਨਹੀਂ ਹੈਗਾ, ਇਸ ਕਰਕੇ ਉਹਨਾਂ ਨੇ ਨਹੀਂ ਅਟੈਂਡ ਕੀਤੀ। ਨੰਬਰ 10 ਕਾਲਮ ਵਿੱਚ ਪੁੱਛਿਆ ਗਿਆ ਕਿ ਆਰ ਈਦਰ ਆਫ ਯੂ ਪ੍ਰੈਗਨੈਂਟ, ਉਸ ਬਾਰੇ ਦੱਸ ਦੇਣਾ ਹੈ। ਨੰਬਰ 11 ਜਿਹੜਾ ਕਾਲਮ ਹੈਗਾ, ਹੁਣ ਜਿਵੇਂ ਕਿ ਤੁਹਾਡੇ ਕੋਲ ਕੋਈ ਹੋਰ ਇਨਫੋਰਮੇਸ਼ਨ ਹੈਗੀ ਹੈ, ਤੁਸੀਂ ਹੋਰ ਕੁਝ ਦੱਸਣਾ ਚਾਹ ਰਹੇ ਹੋ, ਤੁਸੀਂ ਇਸ ਕਾਲਮ ਵਿੱਚ ਸਾਰੀ ਸਟੋਰੀ ਬਣਾ ਕੇ ਦੱਸ ਸਕਦੇ ਹੋ। ਜੇ ਤੁਸੀਂ ਸਪੇਸ ਦੇ ਵਿੱਚ ਰਨ ਆਊਟ ਕਰ ਜਾਂਦੇ ਹੋ, ਤੁਹਾਡੇ ਕੋਲ ਸਪੇਸ ਖਤਮ ਹੋ ਜਾਂਦੀ ਹੈ ਇਸ ਕਾਲਮ ਦੇ ਵਿੱਚ, ਤੁਸੀਂ ਇੱਕ ਐਮਟੀ ਪੇਜ ਲੈ ਸਕਦੇ ਹੋ, ਉਹਦੇ ਉੱਤੇ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਜਿਹੜੀ ਹੋਰ ਤੁਸੀਂ ਦੇਣਾ ਚਾਹੁੰਦੇ ਹੋ, ਤੁਸੀਂ ਸਾਰੀ ਲੈਟਰ ਆਫ ਐਕਸਪਲੇਨੇਸ਼ਨ ਜਿਹੜੀ ਐਕਸਟਰਾ ਨਾਲ ਜਿਹੜੀ ਅਟੈਚ ਕਰ ਸਕਦੇ ਹੋ। ਜੋ ਤੁਸੀਂ ਸਾਰੀ ਡਿਟੇਲ ਇਹ ਆਪਣੇ ਫਾਰਮ ਦੇ ਵਿੱਚ ਫਿਲ ਕਰਤੀ। ਨੰਬਰ 12 ਦੇ ਵਿੱਚ ਤੁਸੀਂ ਭਰਨਾ ਹੈ ਡੈਕਲੇਰੇਸ਼ਨ ਆਫ ਸਪਾਂਸਰ। ਹੁਣ ਇਸ ਨੂੰ ਤੁਸੀਂ ਪ੍ਰਿੰਟ ਕਰ ਲੈਣਾ, ਇਸ ਫਾਰਮ ਨੂੰ ਪ੍ਰਿੰਟ ਕਰਨ ਤੋਂ ਬਾਅਦ ਤੁਸੀਂ ਇਸ ਸਪਾਂਸਰ ਨੇ ਇੱਥੇ ਸਿਗਨੇਚਰ ਕਰ ਦੇਣੇ ਆ, ਤੇ ਡੈਕਲੇਰੇਸ਼ਨ ਆਫ ਐਪਲੀਕੈਂਟ ਜਿਹੜਾ ਹੈਗਾ ਨੰਬਰ 13 ਉਹਦੇ ਵਿੱਚ ਪ੍ਰਿੰਸੀਪਲ ਐਪਲੀਕੈਂਟ ਨੇ ਸਿਗਨੇਚਰ ਕਰ ਦੇਣੇ ਤੇ ਉਹਨਾਂ ਨੇ ਦੋਨਾਂ ਦੀ ਡੇਟ ਪਾ ਦੇਣੀ ਹੈ। ਜਿਹੜਾ ਨੰਬਰ 14 ਹੈਗਾ ਇਹ ਕਾਲਮ ਤੁਹਾਨੂੰ ਭਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਸਿਰਫ ਇਹ ਇੰਟਰਪ੍ਰੇਟਰ ਲਈ ਹੈ ਕਿ ਜੇ ਤੁਹਾਨੂੰ ਕਿਸੇ ਨੇ ਇਸ ਫਾਰਮ ਵਿੱਚ ਤੁਹਾਡੀ ਕਿਸੇ ਨੇ ਹੈਲਪ ਕੀਤੀ ਜਾਂ ਕਿਉਂਕਿ ਤੁਹਾਡੇ ਕੋਲੇ ਤੁਹਾਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ, ਤੁਹਾਨੂੰ ਫਾਰਮ ਪੜ੍ਹਨਾ ਨਹੀਂ ਆਉਂਦਾ, ਤੁਸੀਂ ਕੋਈ ਇੰਟਰਪ੍ਰੇਟਰ ਹਾਇਰ ਕੀਤਾ ਸੀਗਾ ਜਿਹੜਾ ਕਿ ਤੁਹਾਡੇ ਲਈ ਟ੍ਰਾਂਸਲੇਟ ਕਰ ਰਿਹਾ ਸੀਗਾ, ਤੁਸੀਂ ਉਸ ਕੇਸ ਦੇ ਵਿੱਚ ਜਿਹੜਾ ਹੈਗਾ ਇਸ ਕਾਲਮ ਨੂੰ ਫਿਲ ਕਰਨਾ। ਕਿ ਤੁਸੀਂ ਕਿਸੇ ਦੀ ਹੈਲਪ ਨਹੀਂ ਲਈ ਹੈਗੀ, ਜਿਹੜਾ ਨੰਬਰ 14 ਕਾਲਮ ਹੈ ਇਸ ਨੂੰ ਤੁਸੀਂ ਐਮਟੀ ਛੱਡ ਦੇਣਾ। ਹੁਣ ਜਦੋਂ ਤੁਸੀਂ ਇਹ ਸਾਰਾ ਫਾਰਮ ਫਿਲ ਕਰ ਲਿਆ, ਉਸ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਪ੍ਰਿੰਟ ਕਰਕੇ ਉਸੇ ਤਰ੍ਹਾਂ ਜਿਵੇਂ ਤੁਸੀਂ ਬਾਕੀ ਫਾਰਮ ਜਿਹੜੇ ਆ ਉਹਨਾਂ ਨੂੰ ਪ੍ਰਿੰਟ ਕੀਤਾ ਸੀਗਾ, ਪ੍ਰਿੰਟ ਕਰਕੇ ਇਹਨੂੰ ਆਪਣੀ ਐਪਲੀਕੇਸ਼ਨ ਵਿੱਚ ਨਾਲ ਸਬਮਿਟ ਕਰ ਦੇਣਾ। ਨੈਕਸਟ ਵੀਡੀਓ ਵਿੱਚ ਮੈਂ ਦੱਸੂਗਾ ਕਿ ਕਿਹੜੇ ਆਪਾਂ ਨੂੰ ਸਪੋਰਟਿੰਗ ਡਾਕੂਮੈਂਟ ਦੀ ਲੋੜ ਹੈ, ਜਿਵੇਂ ਕਿ ਪਾਰਟ B ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਡਾਕੂਮੈਂਟ ਦੀ ਲੋੜ ਦੱਸੀ ਹੋਈ ਹੈ ਚੈੱਕਲਿਸਟ ਦੇ ਵਿੱਚ, ਉਹਦੇ ਅਕੋਰਡਿੰਗ ਦੱਸੂਗਾ ਕਿਹੜੇ ਡਾਕੂਮੈਂਟ ਆਪਾਂ ਨੂੰ ਲੋੜ ਹੈ। ਜੇ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ, ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਜ਼ਰੂਰ ਕਰੋ। ਥੈਂਕ ਯੂ।